3 ਇਮਾਰਤਾਂ ਅੱਗੇ ਇਹ ਹਾਦਸੇ ਹੋਏ ਸੀ। ਕਮਿਸ਼ਨਰ ਕੋਠੀ ਦੇ ਲਾਗੇ ਬੇਸਮੈਂਟ ਪੁੱਟੀ ਗਈ 20 ਫੁੱਟ ਤੋਂ ਵੱਧ। ਇੱਥੇ ਮਤਲਬ ਧਰਤੀ ਇਦਾਂ ਦੀ ਹੈ ਕਿ 20 ਫੁੱਟ ਤੋਂ ਥੱਲੇ ਜਾਓਗੇ ਤੇ ਸਿਸਟਮ ਹਿੱਲ ਜਾਂਦਾ ਸਾਰਾ। 20 ਫੁੱਟ ਤੱਕ ਜਿਹੜਾ ਆਲਾ ਦੁਆਲਾ ਬਣਦਾ ਸੀਗਾ ਉਹ ਛੱਡ ਕੇ ਕੰਸਟਰਕਸ਼ਨ ਹੋਣੀ ਸੀ। ਔਰ ਤੁਸੀਂ ਦੇਖ ਸਕਦੇ ਹੋ ਕਿ ਕਿਤੇ 5 ਫੁੱਟ ਹੈ, ਕਿਤੇ 3 ਫੁੱਟ ਹੈ। ਉਦੋਂ ਬੰਦੇ ਨੇ ਉਹ ਸੋਚਿਆ ਹੀ ਨਹੀਂ ਆਪਣੀ ਜਗ੍ਹਾ ਪੂਰੀ ਕਰਨ ਲਈ, ਆਪਣਾ ਦਾਇਰਾ ਵਧਾਉਣ ਲਈ। ਆ 5-7 ਘਰ ਪਿਛਲੇ ਪਾਸੇ ਡਿੱਗ ਪਏ, ਆ ਹੋਟਲ ਦੀ ਬਿਲਡਿੰਗ ਡਿੱਗ ਗਈ। ਇੱਕ ਸ਼ਰਤ ਮੈਂ ਰੱਖੀ ਹੈ ਕਿ ਜਾਂ ਤੇ ਜਿਹਦਾ ਜਿੰਨਾ ਨੁਕਸਾਨ ਹੋਇਆ ਉਹਨੂੰ ਭਰ ਦੇ ਉਹਨਾਂ ਲੋਕਾਂ ਨੂੰ। ਉਹ ਲੋਕ ਤੇਰੇ ਨਾਲ ਕੋਈ ਲੜਾਈ ਥੋੜੀ ਲੜਨਾ ਚਾਹੁੰਦੇ ਨੇ, ਘਰੋਂ ਬੇਘਰ ਹੋ ਕੇ ਬਾਹਰ ਮੰਜਿਆਂ ਦੇ ਉੱਤੇ ਬਹਿ ਗਏ ਨੇ। ਉਹਨਾਂ ਦੇ ਨੁਕਸਾਨ ਦੀ ਭਰਪਾਈ ਕਰੋ। ਇਹਨਾਂ ਨੂੰ ਇਹ ਦੁੱਖ ਹੈ ਕਿ ਇੱਥੇ ਬੰਦੇ ਮਰੇ ਕਿਉਂ ਨਹੀਂ। ਫਿਰ ਇਸ਼ੂ ਬਹੁਤ ਵੱਡਾ ਉੱਠਣਾ ਸੀਗਾ ਵੀ 5-4 ਬੰਦੇ, ਫਿਰ ਥਾਂ ਤੋਂ ਲੀਡਰ, ਮੇਰਾ ਖਿਆਲ ਵੀ ਚੋਟੀ ਦੇ ਲੀਡਰ ਵੀ ਜਿਨ੍ਹਾਂ ਨੂੰ ਟੌਪ ਜਿਹੜੇ ਹੈਗੇ ਸੀ ਉਹ ਵੀ ਇੱਥੇ ਪਹੁੰਚਣੇ ਸੀਗੇ। ਅਸੀਂ ਲੋਕ ਜਿੰਨਾ ਚਿਰ ਤੱਕ ਕਿਸੇ ਦੀਆਂ ਮੌਤਾਂ 2-4 ਨਹੀਂ ਹੁੰਦੀਆਂ ਉਹਨੂੰ ਸੀਰੀਅਸਲੀ ਲੈਂਦੇ ਹੀ ਨਹੀਂ। ਕੋਈ ਫਲਾਣੀ ਥਾਂ ਤੋਂ ਐਮਐਲਏ ਬਣਿਆ ਤੇ ਦੂਜਾ ਬੰਦਾ ਉਹਦੇ ਹਲਕੇ 'ਚ ਜਾ ਹੀ ਨਹੀਂ ਸਕਦਾ। ਉੱਪਰ ਸ਼ਿਕਾਇਤ ਕਰਦੇ ਜਿੱਦਾਂ ਕੁੱਤੇ ਨਹੀਂ ਗਲੀਆਂ ਦੇ ਵਿੱਚ ਹਲਕੇ ਮੰਨ ਲੈਂਦੇ ਕਿ ਦੂਜਾ ਕੁੱਤਾ ਬਾਹਰ ਦਾ ਆ ਜਾਏ ਤੇ ਉਹ ਭੌਂਕਣ ਲੱਗ ਪੈਂਦਾ। ਇਸ ਤਰੀਕਾ ਸ਼ਹਿਰ ਨਾਲ ਤਰਾਸਦੀ ਹੋਈ ਹੈ ਯਾਰ। ਇੱਕ ਹਾਦਸਾ ਵਾਪਰਿਆ, ਇਹ ਬੜਾ ਵੱਡਾ ਨੈਕਸਸ ਹੈ। ਮੈਂ ਤੁਹਾਨੂੰ ਦੱਸ ਦਿਆਂ ਕਿ ਹਰ ਥਾਂ ਦੇ ਉੱਤੇ ਪੈਸੇ ਚੱਲਦੇ ਨੇ, ਪੈਸੇ ਲਏ ਜਾਂਦੇ ਨੇ। ਇਹ ਨੈਕਸਸ ਹੈ। ਇੱਥੇ ਮੈਂ ਇਹੋ ਜਿਹੇ ਲੋਕ ਵੀ ਦੇਖੇ ਨੇ ਕਿ ਕਾਰਪੋਰੇਸ਼ਨ ਦੇ ਵਿੱਚ ਜਦੋਂ ਕੰਪਲੇਂਟਡ ਦਾ ਜ਼ਿਆਦਾ ਦਬਾਅ ਵੱਧਦਾ, ਮੈਂ ਕਈ ਮਾਲਕਾਂ ਨੂੰ ਇਹ ਦੇਖਿਆ ਕਹਿੰਦੇ ਕਿ ਸਾਡੇ ਖਿਲਾਫ ਪੁਲਿਸ ਨੂੰ ਲਿਖ ਕੇ ਭੇਜ ਦਿਓ, ਅਸੀਂ ਉੱਥੇ ਮੈਨੇਜ ਕਰ ਲਾਂਗੇ। ਸਿਰਫ ਕਿਤੇ ਨਾ ਕਿਤੇ ਗੁਨਾਹ ਹੈ ਕਿ ਲੋਕ ਮਰੇ ਕਿਉਂ ਨਹੀਂ ਇਹਦੇ ਥੱਲੇ ਆ ਕੇ। ਪਰ ਜੇ ਹਾਦਸਾ ਹੋਇਆ ਇਹਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਪ੍ਰਸ਼ਾਸਨ ਨੂੰ ਇੱਥੇ ਦਖਲ ਦੇਣਾ ਚਾਹੀਦਾ ਸੀਗਾ। ਪ੍ਰਸ਼ਾਸਨ ਨੂੰ ਇੱਥੇ ਜੋ ਫੈਸਿਲਿਟੀਜ਼ ਬਣਦੀਆਂ ਸੀਗੀਆਂ, ਜੋ ਸਹੂਲਤਾਂ ਉਹ ਐਟ ਏ ਟਾਈਮ ਦੇ ਸਕਦੇ ਸੀ, ਉਹ ਦੇਣੀਆਂ ਚਾਹੀਦੀਆਂ ਸੀਗੀਆਂ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀਆਂ ਡਿਮਾਂਡਸ ਕੀ ਨੇ, ਤੁਸੀਂ ਇਹਦੇ ਲਈ ਲੜਨਾ ਜਾਂ ਆਪਣੇ ਘਰ-ਬਾਰ ਬਣਾਉਣੇ ਨੇ। ਔਰ ਬਿਲਡਰ ਨੂੰ ਮੈਂ ਸਪਸ਼ਟ ਤੁਹਾਡੇ ਮਾਈਕ ਤੋਂ ਕਹਿ ਦਿੰਦਾ, ਜਾਂ ਤਾਂ ਉਹਨਾਂ ਦੇ ਘਰ ਬਣਾ ਦੇ, ਨਹੀਂ ਤੇ ਪੰਜਾਬੀ 'ਚ ਕਹਿ ਦੂੰਗਾ ਵੀ ਇੱਥੇ ਇੱਦਾਂ ਹੀ ਰਹੂਗਾ, ਇਹ ਕਬਰ ਬਣ ਜੂਗੀ ਮੁੜ ਕੇ। ਇੱਥੇ ਕੋਈ ਕੰਸਟਰਕਸ਼ਨ ਨਹੀਂ ਹੋਣ ਦੇਣੀ। ਜਿੰਨਾ ਮਰਜ਼ੀ, ਜਿੱਥੇ ਮਰਜ਼ੀ, ਜਿਹੜੀ ਮਰਜ਼ੀ ਕੋਰਟ ਚੱਲ ਜੀ। ਲੋਕਾਂ ਨੇ ਦੇਖੋ 10-15-20 ਸਾਲਾਂ ਦਾ ਇੱਕ ਨੈਕਸਸ ਸੀਗਾ, ਉਹਨੂੰ ਤੋੜਨ ਲਈ ਇੱਕ ਨਵੇਂ ਬੰਦਿਆਂ ਨੂੰ ਵੋਟਾਂ ਪਾ ਦਿੱਤੀਆਂ ਜਿਨ੍ਹਾਂ ਨੂੰ ਅਸੀਂ ਜਾਣਦੇ ਹੀ ਨਹੀਂ। ਮਤਲਬ ਸਾਨੂੰ ਲੱਗਾ ਕਿ ਉਹ ਪੁਰਾਣੇ ਬੜੇ ਵੱਡੇ ਡਾਕੂ ਨੇ, ਇੱਕ ਨਵਾਂ ਬਦਲਾਅ ਆਊਗਾ। ਤੇ ਜੇ ਇਹ ਬਦਲਾਅ ਹੈ ਤੇ ਫਿਰ ਇਹਨਾਂ ਨਾਲੋਂ ਮੈਂ ਕਹੂੰਗਾ ਕਿ ਪੁਰਾਣੇ ਚੰਗੇ ਸੀਗੇ। ਇਹ ਜਿਹੜੇ ਪਾਰਟੀ ਵਾਲੇ ਲੋਕ ਨੇ ਉਹਨਾਂ ਨੂੰ ਇਹ ਬੜਾ ਬਰਦਾਸ਼ਤ ਕਰਨਾ ਪੈਂਦਾ। ਮੈਂ ਇਸੇ ਕਰਕੇ ਹੀ ਅੱਜ ਤੱਕ ਕਿਸੇ ਪਾਰਟੀ ਦਾ ਹਿੱਸਾ ਨਹੀਂ ਬਣਿਆ। ਮੇਰਾ ਮਸਲਾ ਇਹ ਹੈ ਕਿ ਇਹਨਾਂ ਲੋਕਾਂ ਦੇ ਇਹ ਦੁਬਾਰਾ ਘਰ ਬਣਨੇ ਚਾਹੀਦੇ ਨੇ, ਆਪਣੇ ਘਰ 'ਚ ਜਾਣੇ ਚਾਹੀਦੇ ਨੇ। ਜਿਨ੍ਹਾਂ ਲੋਕਾਂ ਦਾ ਜਿੰਨਾ ਨੁਕਸਾਨ ਹੋਇਆ ਉਹਦੀ ਭਰਪਾਈ ਹੋਣੀ ਚਾਹੀਦੀ ਹੈ। ਭਾਰਤ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਲਗਾਤਾਰ ਖਬਰਾਂ ਦਿਖਾਈਆਂ, ਲਗਾਤਾਰ ਇੱਕ ਪਲ ਦੀ ਖਬਰ ਦਿਖਾਈ। ਬਣ ਰਹੀ ਬਿਲਡਿੰਗ, ਕੋਟ ਰੋਡ ਤੇ ਬਣ ਰਹੀ ਬਿਲਡਿੰਗ ਦੇ ਆਲੇ ਦੁਆਲੇ ਗ੍ਰੈਂਡ ਹੋਟਲ ਦੀ ਬਿਲਡਿੰਗ ਕਿਸ ਤਰ੍ਹਾਂ ਡਿੱਗਦੀ ਹੈ, ਕਈ ਮਕਾਨ ਜਿਸ ਤਰ੍ਹਾਂ ਕਿ ਡੈਮੇਜ ਹੋ ਗਏ ਹਨ, ਉਹਨਾਂ ਦੀ ਤਸਵੀਰਾਂ ਦਿਖਾਈਆਂ। ਤਾਂ ਅੱਜ ਮੌਕੇ ਤੇ ਮੁਆਇਨਾ ਕਰਨ ਮਨਦੀਪ ਸਿੰਘ ਮੰਨਾ ਜੀ ਵੀ ਆਏ ਆ। ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਤੇ ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਸਵਾਗਤ ਹੈ ਲਾਈਵ ਭਾਰਤ ਤੇ। ਧੰਨਵਾਦ ਖਲਾਸ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਕਿ ਬਿਲਡਿੰਗ ਬਣਦੀ ਹੈ, ਐਡਾ ਡੂੰਘਾ ਟੋਇਆ ਪੁੱਟਿਆ ਜਾਂਦਾ ਹੈ, ਟੋਏ ਦੀ ਪਰਮਿਸ਼ਨ ਕੌਣ ਦੇ ਸਕਦਾ ਹੈ ਜਿੱਥੇ ਕਿ ਆਸੇ-ਪਾਸੇ ਇੰਨੀਆਂ ਉੱਚੀਆਂ ਇਮਾਰਤਾਂ ਖੜੀਆਂ ਹੋਣ? ਦੇਖੋ, ਬਹੁਤ ਮੰਦਭਾਗੀ ਗੱਲ ਹੈ। ਇਹ ਕੋਈ ਛੋਟਾ-ਮੋਟਾ ਨੈਕਸਸ ਨਹੀਂ ਹੈਗਾ। ਪਿਛਲੇ 15-20 ਸਾਲ ਤੋਂ ਚੱਲ ਰਿਹਾ ਕਿ ਨਕਸ਼ਾ ਕੁਝ ਬਣਦਾ ਹੈ ਕਿਸੇ ਦਾ ਵੀ ਤੇ ਬਣਾਇਆ ਉੱਤੇ ਕੁਝ ਜਾਂਦਾ। ਮੈਂ ਇਹਨਾਂ ਗੱਲਾਂ ਦੇ ਵਿੱਚ ਜ਼ਿਆਦਾ ਪੈਂਦਾ ਨਹੀਂ ਕਿ ਦੇਖੋ ਲੋੜ ਅਨੁਸਾਰ ਕੋਈ ਆਪਣੇ ਘਰ ਦੇ ਵਿੱਚ ਉਨੀ ਕੀ ਕਰਦਾ ਤੇ ਉਹ ਬਰਦਾਸ਼ਤਯੋਗ ਹੈ। ਕਈ ਥਾਵਾਂ ਦੇ ਉੱਤੇ ਪਲੈਨਡ ਜਿਹੜੀਆਂ ਕਮਰਸ਼ੀਅਲ ਚੀਜ਼ਾਂ ਕੱਟੀਆਂ ਜਾਂਦੀਆਂ ਨੇ, ਜਿਵੇਂ SEO ਬਣਦੇ ਨੇ, 3-3 ਮੰਜ਼ਲਾਂ ਦੀ ਪਰਮਿਸ਼ਨ ਹੁੰਦੀ ਹੈ ਔਰ ਉਹਦੇ ਉੱਤੇ 11-11 ਮੰਜ਼ਲਾਂ ਬਣਾ ਲਈਆਂ ਜਾਂਦੀਆਂ ਨੇ। ਉਹ ਬਿਲਕੁਲ ਗਲਤ ਹੈ। ਕਾਰਨ ਕੀ ਹੈ? ਜਗ੍ਹਾ ਤੇ ਅਗਲੇ ਬੰਦੇ ਦੀ ਉਹਨੇ ਜੇ ਮੰਜ਼ਲਾਂ ਪਾ ਵੀ ਲਈਆਂ ਤੇ ਮੈਂ ਵੈਸੇ ਤੇ ਕੋਈ ਉਹਦੇ ਵਿੱਚ ਨਹੀਂ ਹੈਗਾ ਉਹਨੇ ਕਿਉਂ ਪਾਈਆਂ, ਇਹਦੇ ਉੱਤੇ ਮੈਂ ਕਿੰਤੂ ਪਰੰਤੂ ਨਹੀਂ ਕਰਦਾ। ਪਰ ਜਦੋਂ ਕੱਟਿਆ ਜਾਂਦਾ ਇਲਾਕਾ, ਉਦੋਂ ਥੱਲੇ ਜਿਹੜਾ ਪਲਾਨ ਕੀਤੀਆਂ ਜਾਂਦੀਆਂ ਨੇ ਸੜਕਾਂ, ਸੀਵਰ, ਵਾਟਰ ਸਪਲਾਈ, ਉਹ 3-3 ਮੰਜ਼ਲਾਂ ਦੇ ਰਸ਼ ਦੇ ਹਿਸਾਬ ਨਾਲ ਕੀਤੀਆਂ ਜਾਂਦੀਆਂ ਨੇ। ਜਦੋਂ ਉਹਦੇ ਉੱਤੇ ਤੁਸੀਂ 11 ਮੰਜ਼ਲਾਂ ਖੜੀਆਂ ਕਰਦੇ ਹੋ, ਥੱਲੇ ਟ੍ਰੈਫਿਕ ਵੀ ਵੱਧਦਾ, ਤੁਹਾਡਾ ਸੀਵਰ ਸਿਸਟਮ ਵੀ ਜਾਮ ਹੁੰਦਾ, ਤੁਹਾਡੀ ਵਾਟਰ ਸਪਲਾਈ ਵੀ ਜਾਮ ਹੁੰਦੀ ਹੈ। ਇਸ ਤਰੀਕਾਂ ਦੀਆਂ ਬਹੁਤ ਦਿੱਕਤਾਂ 10-20 ਸਾਲ ਬਾਅਦ ਆਉਣੀਆਂ ਸ਼ੁਰੂ ਹੋ ਜਾਂਦੀਆਂ। ਫਿਰ ਇਹਨੂੰ ਪਲਾਨਡ ਤੇ ਕੋਈ ਤਰੀਕਾ ਕਹਿਣਾ ਹੀ ਨਹੀਂ ਚਾਹੀਦਾ। ਇੱਥੇ ਵੀ ਜੋ ਨਕਸ਼ਾ ਪਾਸ ਕੀਤਾ ਗਿਆ, ਦੇਖੋ ਸਰਕਾਰ ਨੇ ਨਕਸ਼ਾ ਇਹਦਾ ਪਾਸ ਕੀਤਾ 40 ਫੁੱਟ ਤੇ। ਪਹਿਲੀ ਗੱਲ ਤੇ 40 ਫੁੱਟ ਸਾਡੀ ਜਿਹੜੀ ਅੰਮ੍ਰਿਤਸਰ ਸ਼ਹਿਰ ਦੀ ਜ਼ਮੀਨ ਹੈ, ਮੈਂ ਤੁਹਾਨੂੰ 2-3 ਉਦਾਹਰਨਾਂ ਦੇ ਦਿੰਦਾ। ਇੱਥੇ 40 ਫੁੱਟ ਦੀ ਪਰਮਿਸ਼ਨ ਹੀ ਨਹੀਂ ਦੇਣੀ ਚਾਹੀਦੀ, ਕਾਰਪੋਰੇਸ਼ਨ ਨਹੀਂ ਦਿੰਦੀ। ਇਹਨੂੰ ਇਨਵੈਸਟ ਪੰਜਾਬ ਦੇ ਵਿੱਚ ਇਹ ਪਾਸ ਕਰਾਇਆ ਗਿਆ ਔਰ 40 ਫੁੱਟ ਦੀ ਪਰਮਿਸ਼ਨ ਦਿੱਤੀ ਗਈ। 3 ਇਮਾਰਤਾਂ ਅੱਗੇ ਇਹ ਹਾਦਸੇ ਹੋਏ ਸੀ। ਕਮਿਸ਼ਨਰ ਕੋਠੀ ਦੇ ਲਾਗੇ ਬੇਸਮੈਂਟ ਪੁੱਟੀ ਗਈ 20 ਫੁੱਟ ਤੋਂ ਵੱਧ। ਇੱਥੇ ਮਤਲਬ ਧਰਤੀ ਇਦਾਂ ਦੀ ਹੈ ਕਿ 20 ਫੁੱਟ ਤੋਂ ਥੱਲੇ ਜਾਓਗੇ ਤੇ ਸਿਸਟਮ ਹਿੱਲ ਜਾਂਦਾ ਸਾਰਾ। ਆਪਣੀ ਧਰਤੀ ਦਾ ਜ਼ਿਲ੍ਹੇ ਦਾ ਹਿਸਾਬ ਹੁੰਦਾ। ਉੱਥੇ ਵੀ ਕਮਿਸ਼ਨਰ ਦੀ ਕੋਠੀ ਦੇ ਨਾਲ ਪੁੱਟਿਆ ਤੇ ਉਦੋਂ ਉਹ ਕੰਧ ਡਿੱਗ ਪਈ, ਸਾਰਿਆਂ ਨੂੰ ਪਤਾ। ਸੈਲੀਬ੍ਰੇਸ਼ਨ ਮਾਲ, ਉੱਥੇ ਵੀ ਬੇਸਮੈਂਟ ਪੁੱਟੀ ਗਈ ਤੇ ਸਾਰਾ ਹੀ ਉੱਥੇ ਇਲਾਕਾ ਉਦੋਂ ਧੱਸ ਗਿਆ ਸੀਗਾ।
ਓਮੈਕਸ ਮਾਲ ਜਿਹੜਾ ਨੋਵਲਟੀ ਮਾਲ ਕਹਿੰਦੇ ਨੇ ਉਹਦੇ ਨਾਲ ਓਮ ਪ੍ਰਕਾਸ਼ ਹਸਪਤਾਲ ਦੀ ਉਦੋਂ ਦੀਵਾਰ ਡਿੱਗ ਗਈ। ਮਤਲਬ ਪਹਿਲਾਂ ਹੀ ਇਹਨਾਂ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ। ਇੱਥੋਂ ਦੇ ਪ੍ਰਸ਼ਾਸਨ ਕੋਲੋਂ ਰਿਪੋਰਟ ਲੈਣੀ ਜ਼ਿਆਦਾ ਜ਼ਰੂਰੀ ਸੀ। ਇਨਵੈਸਟ ਪੰਜਾਬ ਸਿੱਧਾ ਹੀ ਨਕਸ਼ਾ ਪਾਸ ਕਰਦਾ, ਇਹਨਾਂ ਨੂੰ ਭੇਜ ਦਿੰਦਾ। ਫਿਰ ਉਹਦੇ ਵਿੱਚ ਵੱਡੀ ਦਿੱਕਤ ਕੀ ਆਈ ਕਿ ਇਹਨੂੰ 40 ਫੁੱਟ ਤੱਕ ਪਰਮਿਸ਼ਨ ਦਿੱਤੀ ਗਈ ਹੈ। 40 ਫੁੱਟ ਦੇ ਨਾਲ 20-20 ਫੁੱਟ ਤੱਕ ਜਿਹੜਾ ਆਲਾ ਦੁਆਲਾ ਬਣਦਾ ਸੀਗਾ ਉਹ ਛੱਡ ਕੇ ਕੰਸਟਰਕਸ਼ਨ ਹੋਣੀ ਸੀ। ਔਰ ਤੁਸੀਂ ਦੇਖ ਸਕਦੇ ਹੋ ਕਿ ਕਿਤੇ 5 ਫੁੱਟ ਹੈ, ਕਿਤੇ 3 ਫੁੱਟ ਹੈ। ਉਦੋਂ ਬੰਦੇ ਨੇ ਉਹ ਸੋਚਿਆ ਹੀ ਨਹੀਂ ਆਪਣੀ ਜਗ੍ਹਾ ਪੂਰੀ ਕਰਨ ਲਈ, ਆਪਣਾ ਦਾਇਰਾ ਵਧਾਉਣ ਲਈ। ਆ 5-7 ਘਰ ਪਿਛਲੇ ਪਾਸੇ ਡਿੱਗ ਪਏ, ਆਹ ਹੋਟਲ ਦੀ ਬਿਲਡਿੰਗ ਡਿੱਗ ਗਈ। ਤੇ ਮੈਂ ਇੱਕ ਚੀਜ਼ ਤੁਹਾਨੂੰ ਸਪਸ਼ਟ ਕਰ ਦਿਆਂ ਕਿ ਮੇਰਾ ਮਕਸਦ ਕਿਸੇ ਨੂੰ ਡਰਾਉਣਾ ਨਹੀਂ ਹੈ ਕਿ ਮੈਂ ਉਸ ਬੰਦੇ ਨੂੰ ਕਹਾਂ ਕਿ ਤੂੰ ਇਹ ਗਲਤ ਕੀਤਾ, ਫਲਾਣਾ ਕੀਤਾ। ਇੱਕ ਸ਼ਰਤ ਮੈਂ ਰੱਖੀ ਹੈ ਕਿ ਜਾਂ ਤੇ ਜਿਹਦਾ ਜਿੰਨਾ ਨੁਕਸਾਨ ਹੋਇਆ ਉਹਨੂੰ ਭਰ ਦੇ ਉਹਨਾਂ ਲੋਕਾਂ ਨੂੰ। ਉਹ ਲੋਕ ਤੇਰੇ ਨਾਲ ਕੋਈ ਲੜਾਈ ਥੋੜੀ ਲੜਨਾ ਚਾਹੁੰਦੇ ਨੇ, ਘਰੋਂ ਬੇਘਰ ਹੋ ਕੇ ਬਾਹਰ ਮੰਜਿਆਂ ਦੇ ਉੱਤੇ ਬਹਿ ਗਏ ਨੇ। ਉਹਨਾਂ ਦੇ ਨੁਕਸਾਨ ਦੀ ਭਰਪਾਈ ਕਰੋ। ਔਰ ਆਪਣਾ ਜਿਹੜਾ ਹੋਟਲ ਹੈ, ਜਿਹੜੀ ਤੁਸੀਂ ਬਿਲਡਿੰਗ ਜੋ ਵੀ ਇੱਥੇ ਬਣਾਉਣਾ ਚਾਹੁੰਦੇ ਹੋ ਵਾਟਐਵਰ, ਉਹ ਤੁਸੀਂ ਆਪਣੇ ਨੋਰਮਸ ਦੇ ਮੁਤਾਬਕ ਜੋ ਸਰਕਾਰ ਕਹਿੰਦੀ ਹੈ, ਜੋ ਤੁਹਾਡਾ ਨਕਸ਼ਾ ਪਾਸ ਹੈ, ਉਸ ਅਨੁਸਾਰ ਕਰੋ। ਅੱਜ 5-6 ਦਿਨ ਹੋ ਗਏ ਮੈਂ ਇਹ ਸ਼ੁੱਕਰਵਾਰ ਦਾ ਮੇਰੇ ਖਿਆਲ ਹਾਦਸਾ ਹੈ ਜੀ। ਸ਼ੁੱਕਰਵਾਰ ਤੋਂ 3-4 ਦਿਨ ਲਈ ਮੈਂ ਬਾਹਰ ਸੀਗਾ। ਮੈਨੂੰ ਇਲਾਕੇ ਵਾਲਿਆਂ ਨੇ ਬੜੀ ਅਪਰੋਚ ਕੀਤੀ। ਮੈਂ ਵਾਪਸ ਹੀ ਕੱਲ ਰਾਤ ਨੂੰ ਆਇਆ ਤੇ ਅੱਜ ਮੈਂ ਸਵੇਰੇ ਇੱਥੇ ਪਹੁੰਚਿਆ। ਕੱਲ ਵੀ ਇੱਥੇ ਸ਼ਹਿਰ ਦੇ ਸਾਹਿਬ-ਏ-ਸੀਅਤ MLA ਸਾਹਿਬ ਆਏ ਸੀ। ਮੈਂ ਉਹਨਾਂ ਵਾਂਗੂ ਨਹੀਂ ਬੋਲ ਰਿਹਾ ਕਿ ਇਸ ਕੋ ਠੋਕ ਦੇਂਗੇ, ਇਹ ਕਰ ਦੇਂਗੇ। ਉਹਨਾਂ ਲੋਕਾਂ ਨੂੰ ਠੋਕਣ ਨਾਲ ਇਹਨਾਂ ਦੀ ਭਰਪਾਈ ਨਹੀਂ ਹੋਣੀ। ਜੋ ਇਹਨਾਂ ਦਾ ਕੰਪਨਸੇਸ਼ਨ ਬਣਦਾ ਹੈ ਉਹ ਇਹਨਾਂ ਨੂੰ ਦਿੱਤਾ ਜਾਵੇ, ਇਹਨਾਂ ਦਾ ਨੁਕਸਾਨ ਪੂਰਾ ਕੀਤਾ ਜਾਵੇ, ਉਹਨਾਂ ਦੇ ਘਰ ਬਣਾਏ ਜਾਣ। ਇਹ ਨਹੀਂ ਕਿ ਰਿਪੇਅਰ ਕੀਤੀ ਜਾਵੇ। ਪ੍ਰੋਪਰ ਜਿਹੜੀ ਚੀਜ਼ ਦੇ ਵਿੱਚ ਸੇਫਟੀ ਉਹਨਾਂ ਨੂੰ ਤਿਆਰ ਕਰਕੇ ਦਿੱਤੀ ਜਾਵੇ ਔਰ ਉਹ ਦੁਬਾਰਾ ਆਪਣੇ ਘਰ ਦੇ ਵਿੱਚ ਰਹਿਣ। ਤੁਸੀਂ ਉੱਥੇ ਦੇਖਿਆ ਕਿ ਰਾਤੀ ਹਨੇਰੀ ਆਈ ਤੇ ਕਿਵੇਂ ਮੰਜਿਆਂ ਦੇ ਉੱਤੇ ਲੋਕ ਬੈਠੇ ਨੇ। ਔਰ ਵੱਡੀ ਤਰਾਸਦੀ ਕੀ ਹੈ ਕਿ ਅੱਜ ਵੀ ਇੱਕ ਦੀਵਾਰ ਉੱਥੇ 30-40 ਫੁੱਟ ਖੜੀ ਆ, ਉਹ ਹਨੇਰੀ ਨਾਲ ਡਿੱਗਣ ਵਾਲੀ ਆ। ਸਭ ਨੂੰ ਪਤਾ ਲੱਗ ਰਿਹਾ ਕਿ ਨਾ ਥੱਲੇ ਉਹਦੇ ਦੀਵਾਰ ਰਹਿ ਗਈ ਆ, ਇਸ ਤਰ੍ਹਾਂ ਹੀ ਮਤਲਬ ਸੀ ਬਣੀ ਹੋਈ ਆ, ਉਹ ਡਿੱਗ ਪੈਣੀ ਆ। ਕਿਸੇ ਨੇ ਵੀ ਉਹਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਔਰ ਇਲਾਕੇ ਵਾਲਿਆਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਖੁਦ ਤੜਾਓ। ਇੰਨੀ ਹਿੰਮਤ ਉਹ ਕਰ ਸਕਦੇ ਨੇ ਜਾਂ ਇੰਨੇ ਐਕਸਪਰਟ ਹੋ ਹੈਗੇ ਨੇ ਕਿ ਆਪਣੀਆਂ। ਸੋ ਮੈਂ ਅੱਜ ਬੇਨਤੀ ਕੀਤੀ ਸੀ ਸ਼ਹਿਰ ਦੇ ਮੇਅਰ ਜਿਹੜੇ ਨੇ ਕਰਮਜੀਤ ਸਿੰਘ ਰਿੰਟੂ ਨੂੰ ਵੀ ਤੁਸੀਂ ਵੀ ਇੱਥੇ ਆਓ। ਮੈਨੂੰ ਪਤਾ ਲੱਗਾ, ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡਾ ਇੱਥੇ ਜਾਣਾ ਬਣਦਾ ਸੀਗਾ ਐਟ ਏ ਟਾਈਮ ਜਿੱਥੇ ਵੀ ਇਹ ਵਾਰਦਾਤ ਜਾਂ ਜਿੱਥੇ ਵੀ ਇਹ ਹਾਦਸਾ ਹੋਇਆ, ਤੁਹਾਡਾ ਜਾਣਾ ਬਣਦਾ ਸੀ। ਪਰ ਉਹਨਾਂ ਨੇ ਵੀ ਮੈਨੂੰ ਦੱਸਿਆ, ਫਿਰ ਮੈਨੂੰ ਲੱਗਾ ਕਿ ਵਾਕਈ ਨਹੀਂ ਇੱਥੇ ਹੈਗੇ, ਉਹ ਵੀ 2-3 ਦਿਨ ਤੋਂ ਬਾਹਰ ਸੀਗੇ। ਅੱਜ ਆਉਂਦਿਆਂ ਹੀ ਮੈਂ ਸਵੇਰੇ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਔਰ ਮੇਰੇ ਕਹਿਣ ਤੇ 15 ਮਿੰਟ 'ਚ ਇੱਥੇ ਆਏ ਨੇ। ਮੈਂ ਧੰਨਵਾਦ ਵੀ ਕਰਦਾ। ਔਰ ਉਹਦੇ ਲਈ ਉਹਨਾਂ ਆਪਣੀ ਜਿਹੜਾ ਡਿਪਾਰਟਮੈਂਟ ਉਹ ਨਾਲ ਲੈ ਕੇ ਆਏ ਨੇ, MTP ਡਿਪਾਰਟਮੈਂਟ। ਇੱਕ ਤੇ ਜੋ ਲੋਕਾਂ ਦੀ ਸੇਫਟੀ ਹੋ ਸਕਦੀ, ਲੋਕਾਂ ਦਾ ਅਜੇ ਤੱਕ ਸਮਾਨ ਨਹੀਂ ਕੱਢਿਆ ਗਿਆ। ਇੱਕ ਸਮਾਨ ਕੱਢਣ ਲਈ ਪੈਸੇ ਵੀ ਮੰਗੇ ਜਾ ਰਹੇ ਆ ਕੌਂਸਲਰ ਵੱਲੋਂ। ਸ਼ਹਿਰ ਦੇ ਵਿੱਚ ਇੱਕ DC ਦੇ ਅੰਡਰ ਆਫਤ ਜਦੋਂ ਆਉਂਦੀ ਆ ਤੇ ਉਹਨੂੰ ਉਹਦੇ ਉੱਤੇ ਆਪਣੀ ਟੀਮ ਭੇਜਣ ਲਈ ਇੱਕ ਦਸਤਾ ਤਿਆਰ ਕੀਤਾ ਜਾਂਦਾ ਜਾਂ ਦਸਤਾ ਹੁੰਦਾ, ਉਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ। ਉਹ ਵੀ ਨਹੀਂ ਇੱਥੇ ਭੇਜੀ ਗਈ। ਮਤਲਬ ਜਿਹੜਾ ਲੋਕਾਂ ਦਾ ਸਮਾਨ ਬਚ ਸਕਦਾ ਸੀਗਾ, ਜਿਹੜਾ ਥੱਲੇ ਖੱਡ 'ਚ ਡਿੱਗਾ, ਉਹ ਵੀ ਉਹਨਾਂ ਨੂੰ ਉਹ ਮਿਲ ਜਾਣਾ ਚਾਹੀਦਾ ਸੀਗਾ। ਠੀਕ ਮਤਲਬ ਜੇ ਉਹਨਾਂ ਦਾ ਦਰੁਸਤ ਸੀਗਾ, ਉਹਦੇ ਉੱਤੇ ਵੀ ਕੋਈ ਕਾਰਵਾਈ ਮਤਲਬ ਨਹੀਂ ਕੀਤੀ ਗਈ। ਇੰਨਾ ਸੀਰੀਅਸਲੀ ਲਿਆ ਹੀ ਨਹੀਂ। ਔਰ ਬਦਕਿਸਮਤੀ ਹੈ ਸਾਡੇ ਦੇਸ਼ ਦੀ, ਸਾਡੇ ਸੂਬੇ ਦੀ, ਸਾਡੇ ਸ਼ਹਿਰ ਦੀ ਕਿ ਅਸੀਂ ਲੋਕ ਜਿੰਨਾ ਚਿਰ ਤੱਕ ਕਿਸੇ ਦੀਆਂ ਮੌਤਾਂ 2-4 ਨਹੀਂ ਹੁੰਦੀਆਂ ਉਹਨੂੰ ਸੀਰੀਅਸਲੀ ਲੈਂਦੇ ਹੀ ਨਹੀਂ। ਇਹਨਾਂ ਨੂੰ ਇਹ ਦੁੱਖ ਹੈ ਕਿ ਇੱਥੇ ਬੰਦੇ ਮਰੇ ਕਿਉਂ ਨਹੀਂ। ਫਿਰ ਇਸ਼ੂ ਬਹੁਤ ਵੱਡਾ ਉੱਠਣਾ ਸੀਗਾ ਵੀ 5-4 ਬੰਦੇ, ਫਿਰ ਥਾਂ ਤੋਂ ਲੀਡਰ, ਮੇਰਾ ਖਿਆਲ ਵੀ ਚੋਟੀ ਦੇ ਲੀਡਰ ਵੀ ਜਿਨ੍ਹਾਂ ਨੂੰ ਟੌਪ ਜਿਹੜੇ ਹੈਗੇ ਸੀ ਉਹ ਵੀ ਇੱਥੇ ਪਹੁੰਚਣੇ ਸੀਗੇ। ਹਾਂ ਮਰ ਗਏ ਉਹ, ਤੁਹਾਡੇ ਨਾਲ ਅਸੀਂ ਹਮਦਰਦੀ ਕਰਨ ਆਏ ਹਾਂ। ਸਿਰਫ ਕਿਤੇ ਨਾ ਕਿਤੇ ਗੁਨਾਹ ਹੈ ਕਿ ਲੋਕ ਮਰੇ ਕਿਉਂ ਨਹੀਂ ਇਹਦੇ ਥੱਲੇ ਆ ਕੇ। ਪਰ ਜੇ ਹਾਦਸਾ ਹੋਇਆ, ਇਹਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਪ੍ਰਸ਼ਾਸਨ ਨੂੰ ਇੱਥੇ ਦਖਲ ਦੇਣਾ ਚਾਹੀਦਾ ਸੀਗਾ। ਪ੍ਰਸ਼ਾਸਨ ਨੂੰ ਇੱਥੇ ਜੋ ਫੈਸਿਲਿਟੀਜ਼ ਬਣਦੀਆਂ ਸੀਗੀਆਂ, ਜੋ ਸਹੂਲਤਾਂ ਉਹ ਐਟ ਏ ਟਾਈਮ ਦੇ ਸਕਦੇ ਸੀ, ਉਹ ਦੇਣੀਆਂ ਚਾਹੀਦੀਆਂ ਸੀਗੀਆਂ। ਔਰ ਅੱਜ ਜੋ ਮੇਅਰ ਸਾਹਿਬ ਦੀ ਨਿਗਰਾਨੀ 'ਚ ਜੋ ਮੈਂ ਇਲਾਕੇ ਵਾਲਿਆਂ ਨੂੰ ਪੁੱਛਿਆ ਕਿ ਮੇਰੀ ਉਹ ਤਬੀਅਤ ਨਹੀਂ ਹੈ, ਮੈਂ ਤੁਹਾਨੂੰ ਪੁੱਛ ਰਿਹਾ ਕਿ ਤੁਸੀਂ ਕੀ ਚਾਹੁੰਦੇ ਹੋ, ਉਹਨੂੰ ਫਾਹੇ ਲਾ ਦਾਂ, ਉਹਦੇ ਖਿਲਾਫ ਆ ਬੋਲਾਂ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀਆਂ ਡਿਮਾਂਡਸ ਕੀ ਨੇ, ਤੁਸੀਂ ਇਹਦੇ ਲਈ ਲੜਨਾ ਜਾਂ ਆਪਣੇ ਘਰ-ਬਾਰ ਬਣਾਉਣੇ ਨੇ। ਔਰ ਬਿਲਡਰ ਨੂੰ ਮੈਂ ਸਪਸ਼ਟ ਤੁਹਾਡੇ ਮਾਈਕ ਤੋਂ ਕਹਿ ਦਿੰਦਾ, ਜਾਂ ਤਾਂ ਉਹਨਾਂ ਦੇ ਘਰ ਬਣਾ ਦੇ, ਨਹੀਂ ਤੇ ਪੰਜਾਬੀ 'ਚ ਕਹਿ ਦੂੰਗਾ ਵੀ ਇੱਥੇ ਇੱਦਾਂ ਹੀ ਰਹੂਗਾ, ਇਹ ਕਬਰ ਬਣ ਜੂਗੀ। ਮੁੜ ਕੇ ਇੱਥੇ ਕੋਈ ਕੰਸਟਰਕਸ਼ਨ ਨਹੀਂ ਹੋਣ ਦੇਣੀ। ਜਿੰਨਾ ਮਰਜ਼ੀ, ਜਿੱਥੇ ਮਰਜ਼ੀ, ਜਿਹੜੀ ਮਰਜ਼ੀ ਕੋਰਟ ਚੱਲ ਜੀ, ਜਿੰਨਾ ਮਰਜ਼ੀ। ਜੋ ਲੋਕਾਂ ਦਾ ਹੱਕ ਮਰਿਆ ਉਹ ਲੋਕਾਂ ਨੂੰ ਉਹ ਮਿਲਣਾ ਚਾਹੀਦਾ। ਔਰ ਮੈਂ ਸਵੇਰੇ ਉਸ ਬੰਦੇ ਨੂੰ ਫੋਨ ਵੀ ਕੀਤਾ ਸੀਗਾ ਕਿ ਉੱਥੇ ਉਹਨਾਂ ਦਾ ਨੁਕਸਾਨ, ਪਰ ਇਸ ਤੋਂ ਬਗੈਰ ਤੇਰੇ ਕੋਲ ਕੋਈ ਚਾਰਾ ਨਹੀਂ ਹੈਗਾ। ਜੇ ਤੇ ਉਹ ਭਰ ਦੇਗਾ ਤੇ ਠੀਕ ਹੈ, ਆਪਣਾ ਜਿਹੜਾ ਨਕਸ਼ਾ ਹੈ ਉਹ ਨੋਰਮਸ ਦੇ ਮੁਤਾਬਕ ਆਪਣੀ ਬਿਲਡਿੰਗ ਬਣਾ ਲੂਗਾ ਤੇ ਠੀਕ ਹੈ। ਇਹ ਨਹੀਂ ਹੈਗਾ ਕਿ ਤੁਸੀਂ ਆਪਣੀ ਬਿਲਡਿੰਗ ਬਣਾਓ ਤੇ ਲੋਕਾਂ ਦੀ ਉੱਥੇ ਤੁਸੀਂ ਮੜੀ ਬਣਾ ਦਿਓ, ਲੋਕਾਂ ਦੀ ਕਬਰ ਬਣਾ ਦਿਓ, ਆਪਣੀਆਂ ਸਹੂਲਤਾਂ ਲਈ ਲੋਕਾਂ ਵਾਸਤੇ ਤੁਸੀਂ ਕਬਰਾਂ ਦਾ ਇੰਤਜ਼ਾਮ ਕਰ ਦਿਓ। ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਤੁਸੀਂ ਮਕਾਨ ਖਾਲੀ ਕਰ ਦਿਓ, ਤੁਹਾਨੂੰ ਕਿਰਾਏ ਤੇ ਕਿਤੇ ਸ਼ਿਫਟ ਕਰ ਦਿੰਦੇ ਆ ਤੇ ਤੁਹਾਡਾ ਮਕਾਨ ਰਿਪੇਅਰ ਕਰਾ ਦਾਂਗੇ। ਪਰ ਲੋਕਾਂ ਦੇ ਘਰ ਮਨ ਦੇ ਵਿੱਚ ਇਹ ਵੀ ਡਰ ਹੈ ਕਿ ਮਕਾਨ ਤੋੜਨ ਦੇ ਬਾਅਦ ਅਗਰ ਜੋ ਰਿਪੇਅਰ ਨਹੀਂ ਕਰਾਉਂਦੇ ਤੇ ਕਿੱਥੇ ਜਾਣਗੇ ਉਹ। ਦੇਖੋ 2-3 ਗੱਲਾਂ ਹੋਈਆਂ ਨੇ ਇਹਦੇ ਵਿੱਚ। ਇੱਕ ਤੇ ਉਹ ਕਹਿ ਰਿਹਾ ਕਿ ਤੁਸੀਂ ਆਪਣਾ ਮਕਾਨ ਛੱਡ ਕੇ ਤੇ ਕਿਰਾਏ ਤੇ
ਤੇ ਚਲ ਜਾਓ। ਮੈਂ ਤੁਹਾਨੂੰ ਵੀ ਕਹੂੰਗਾ ਕਿ ਤੁਹਾਡੀ ਆਪਣੀ ਬਿਲਡਿੰਗ ਬਣੀ ਹੋਵੇ, ਤੁਹਾਨੂੰ ਕਿਰਾਏ ਤੇ ਰਹਿਣਾ ਪਵੇ ਤੇ ਉਹ ਦਰਦ ਤੁਸੀਂ ਮਤਲਬ ਸਮਝ ਸਕਦੇ ਹੋ। ਮੈਂ ਖੁਦ ਮਤਲਬ ਇਹ ਮਹਿਸੂਸ ਕਰ ਸਕਦਾ ਕਿ 30 35 ਸਾਲ ਲੋਕੀ ਜਦੋਂ ਘਰ 'ਚ ਰਹਿੰਦੇ ਨੇ, ਕਿਰਾਏ ਦੇ ਘਰਾਂ ਦੇ ਵਿੱਚ ਲੋਕੀ ਰਹਿੰਦੇ ਨੇ, ਉਸ ਤੋਂ ਬਾਅਦ ਪੂਰੀ ਜ਼ਿੰਦਗੀ ਭਰ ਦੀ ਪੂੰਜੀ ਲਾ ਕੇ ਲੋਕੀ ਘਰ ਬਣਾਉਂਦੇ ਨੇ, ਉਹਨਾਂ ਨੂੰ ਦੁਬਾਰਾ ਕਹਿ ਦਿਓ ਕਿਰਾਏ ਤੇ ਚਲ ਜਾਓ, ਇਹ ਵਾਜਬ ਗੱਲ ਨਹੀਂ ਹੈਗੀ। ਮੈਂ ਤੇ ਉਹਨੂੰ ਇਹ ਵੀ ਗੱਲ ਕਹੀ, ਉਹਦੇ ਕਹਿਣ ਦਾ ਮਤਲਬ ਸੀ ਕਿ ਕਈ ਲੋਕ ਪੈਸੇ ਮੰਗ ਰਹੇ ਨੇ। ਮੈਂ ਕਿਹਾ ਹਾਂ ਤੁਸੀਂ ਬਿਲਡਿੰਗ ਬਣਾਓਗੇ, ਉਹ ਅਗਲਿਆਂ ਨੂੰ ਉਹ ਤੇਰੇ ਉੱਤੇ ਵੀ ਕਿੰਤੂ ਪਰੰਤੂ ਕਰਨਗੇ ਕਿ ਤੂੰ ਸਮਾਨ ਮਟੀਰੀਅਲ ਗਲਤ ਲੈ ਰਿਹਾ। ਇੱਕ ਤੋਂ ਇੱਕ ਆਰਕੀਟੈਕਟ ਤੁਹਾਨੂੰ ਮਿਲ ਜਾਂਦੇ ਨੇ, ਉਹਨਾਂ ਤੋਂ ਤੁਸੀਂ ਇਹਨਾਂ ਦਾ ਐਸਟੀਮੇਟ ਲਵਾਓ, ਜੋ ਉਹਨਾਂ ਤੋਂ ਆਪਣੇ ਤਰੀਕੇ ਨਾਲ, ਆਪਣੀ ਮਰਜ਼ੀ ਦੇ ਨਾਲ ਆਪਣਾ ਘਰ ਜਿੰਨਾ ਉਹਨਾਂ ਦਾ ਨੁਕਸਾਨ ਹੋਇਆ ਤੁਸੀਂ ਉਸ ਲੈਵਲ ਨਾਲ ਬਣਾ ਦਿਓ ਨਾ। ਰਿਪੇਅਰ ਕਰਨ ਯੋਗ ਜਿਹੜੇ ਉੱਥੇ 5-7 ਘਰ ਨੇ, ਉਹ ਰਿਪੇਅਰ ਕਰਨ ਯੋਗ ਨਹੀਂ ਹੈਗੇ। ਉਹ ਅੱਜ ਮਤਲਬ ਤਰੇੜਾਂ ਆ ਗਈਆਂ ਨੇ ਉਹਨਾਂ ਦੇ ਵਿੱਚ, ਇੱਕ ਪਾਸਾ ਹੀ ਉਹਨਾਂ ਦਾ ਬਹਿ ਗਿਆ। ਕੱਲ ਨੂੰ ਤੁਸੀਂ ਉਹਦੇ ਵਿੱਚ ਉਹਨਾਂ ਨੂੰ ਭਰ ਦਿਓਗੇ, ਉਸ ਤੋਂ ਬਾਅਦ ਕੱਲ ਉਹ ਡਿੱਗੇਗਾ ਨਹੀਂ, ਇਹ ਤੁਸੀਂ ਕੋਈ ਗਰੰਟੀ ਕਰ ਸਕਦੇ ਹੋ? ਉਹ ਜਿਹੜੇ 5-6 ਘਰ ਨੇ ਉਹਨੂੰ ਉਹ ਨਵੇਂ ਬਣਾਉਣੇ ਪੈਣਗੇ। ਦੂਸਰੀ ਚੀਜ਼, ਇੱਕ ਰੈਜ਼ੀਡੈਂਸ਼ੀਅਲ ਲੋਕਾਂ ਨੇ ਕੰਪਲੇਂਟ ਵੀ ਕੀਤੀ ਸੀ, ਕਾਰਪੋਰੇਸ਼ਨ ਨੂੰ ਵੀ ਕੰਪਲੇਂਟ ਕੀਤੀ, ਪਰ ਮੌਕੇ ਤੇ ਕੋਈ ਨਹੀਂ ਆਇਆ। ਉਹਨਾਂ ਵੱਲੋਂ ਕਿਹਾ ਗਿਆ ਕਿ ਕਾਰਪੋਰੇਸ਼ਨ ਜਾਂ ਡਿਪਾਰਟਮੈਂਟ ਵੱਲੋਂ ਕਿਸੇ ਨੇ ਸੁਣਵਾਈ ਨਹੀਂ ਕੀਤੀ ਤੇ ਬਿਲਡਰ ਦੇ ਬੁਲਾਉਣ ਤੇ ਉਹ ਆ ਜਾਂਦੇ ਸੀ ਐਮਟੀਪੀ ਡਿਪਾਰਟਮੈਂਟ ਵਾਲੇ। ਇਹ ਬੜਾ ਵੱਡਾ ਨੈਕਸਸ ਹੈ। ਮੈਂ ਤੁਹਾਨੂੰ ਦੱਸ ਦਿਆਂ ਕਿ ਹਰ ਥਾਂ ਦੇ ਉੱਤੇ ਪੈਸੇ ਚੱਲਦੇ ਨੇ, ਪੈਸੇ ਲਏ ਜਾਂਦੇ ਨੇ, ਇਹ ਨੈਕਸਸ ਹੈ। ਇੱਥੇ ਮੈਂ ਇਹੋ ਜਿਹੇ ਲੋਕ ਵੀ ਦੇਖੇ ਨੇ ਕਿ ਕਾਰਪੋਰੇਸ਼ਨ ਦੇ ਵਿੱਚ ਜਦੋਂ ਕੰਪਲੇਂਟਡ ਦਾ ਜ਼ਿਆਦਾ ਦਬਾਅ ਵੱਧਦਾ, ਮੈਂ ਕਈ ਮਾਲਕਾਂ ਨੂੰ ਇਹ ਦੇਖਿਆ ਕਹਿੰਦੇ ਕਿ ਸਾਡੇ ਖਿਲਾਫ ਪੁਲਿਸ ਨੂੰ ਲਿਖ ਕੇ ਭੇਜ ਦਿਓ, ਅਸੀਂ ਉੱਥੇ ਮੈਨੇਜ ਕਰ ਲਾਂਗੇ। ਮੇਰਾ ਖਿਆਲ 100 ਤੋਂ 150 ਦੇ ਕਰੀਬ ਜਿਹੜੀ ਕੰਪਲੇਂਟ ਪੁਲਿਸ ਕੋਲ ਵੀ ਪੈਂਡਿੰਗ ਹੋਏਗੀ ਇਹ 5-7-10 ਸਾਲਾਂ ਦੀ, ਕਿ ਇਹ ਆਪਣੀ ਕੰਸਟਰਕਸ਼ਨ ਨਹੀਂ ਰੋਕ ਰਿਹਾ, ਇਹਦੇ ਉੱਤੇ ਪਰਚਾ ਦਰਜ ਕੀਤਾ ਜਾਵੇ। ਇਹ ਬੜਾ ਵੱਡਾ ਨੈਕਸਸ ਮਿਲ ਕੇ ਚੱਲਦਾ, ਪੁਲਿਸ, ਕਾਰਪੋਰੇਸ਼ਨ, ਸਾਰੇ ਡਿਪਾਰਟਮੈਂਟ ਦਾ। ਆਮ ਬੰਦਾ ਜਿਹੜਾ ਉਹ ਥੱਕ ਹਾਰ ਜਾਂਦਾ, ਅਖੀਰ ਉਹ ਸਰੈਂਡਰ ਕਰ ਜਾਂਦਾ, ਜਾਂ ਉਹ ਮਾੜਾ ਬੰਦਾ ਵਿਕ ਜਾਂਦਾ ਹੈ, ਤੇ ਇਸ ਕਰਕੇ ਲੋਕਾਂ ਨੂੰ ਨਿਆਂ ਮਿਲਦਾ ਨਹੀਂ। ਇਹ ਨੈਕਸਸ ਤੋੜਨ ਦੀ ਲੋੜ ਹੈ। ਲੋਕਾਂ ਨੇ ਦੇਖੋ 10-15-20 ਸਾਲਾਂ ਦਾ ਇੱਕ ਨੈਕਸਸ ਸੀਗਾ, ਉਹਨੂੰ ਤੋੜਨ ਲਈ ਇੱਕ ਨਵੇਂ ਬੰਦਿਆਂ ਨੂੰ ਵੋਟਾਂ ਪਾ ਦਿੱਤੀਆਂ ਜਿਨ੍ਹਾਂ ਨੂੰ ਅਸੀਂ ਜਾਣਦੇ ਹੀ ਨਹੀਂ। ਮਤਲਬ ਸਾਨੂੰ ਲੱਗਾ ਕਿ ਉਹ ਪੁਰਾਣੇ ਬੜੇ ਵੱਡੇ ਡਾਕੂ ਨੇ, ਇੱਕ ਨਵਾਂ ਬਦਲਾਅ ਆਊਗਾ, ਤੇ ਜੇ ਇਹ ਬਦਲਾਅ ਹੈ ਤੇ ਫਿਰ ਇਹਨਾਂ ਨਾਲੋਂ ਮੈਂ ਕਹੂੰਗਾ ਕਿ ਪੁਰਾਣੇ ਚੰਗੇ ਸੀਗੇ। ਦੂਸਰੀ ਚੀਜ਼, ਜਦੋਂ ਕੰਸਟਰਕਸ਼ਨ ਹੋਈ ਉਦੋਂ ਵੀ ਮੇਅਰ ਉਹੀ ਸੀ, ਅੱਜ ਵੀ ਮੇਅਰ ਉਹੀ ਹਨ। ਮੇਅਰ ਉਹੀ ਹੈ, ਪਰ ਸਮੇਂ ਬਦਲਦਾ ਹੈ, ਸਰਕਾਰ ਬਦਲਦੀ ਹੈ, ਪਰ ਕੰਮ ਉਸ ਤਰ੍ਹਾਂ ਹੀ ਹੈ ਜੀ। ਮੈਂ ਫਿਰ ਕਹਿ ਰਿਹਾ ਜੀ, ਬਦਲਾਵ ਜਿਹੜਾ ਆਉਣਾ ਉਹ ਸਿਸਟਮ 'ਚ ਬਦਲਾਵ ਆਉਣਾ ਚਾਹੀਦਾ ਸੀਗਾ। ਸਿਸਟਮ ਬਦਲਿਆ ਨਹੀਂ। ਅੱਜ ਵੀ ਮੈਂ ਮੇਅਰ ਸਾਹਿਬ ਨੂੰ ਇਹ ਰਿਕੁਐਸਟ ਕੀਤੀ ਕਿ ਤੁਸੀਂ ਇੱਥੇ ਆਓ। ਇੱਥੇ ਹੁੰਦਾ ਕੀ ਹੈ, ਕੋਈ ਫਲਾਣੀ ਥਾਂ ਤੋਂ ਐਮਐਲਏ ਬਣਿਆ, ਕੋਈ ਫਲਾਣੀ ਥਾਂ ਤੋਂ ਐਮਐਲਏ ਬਣਿਆ, ਤੇ ਦੂਜਾ ਬੰਦਾ ਉਹਦੇ ਹਲਕੇ 'ਚ ਜਾ ਹੀ ਨਹੀਂ ਸਕਦਾ। ਉੱਪਰ ਸ਼ਿਕਾਇਤ ਕਰਦੇ, ਜਿੱਦਾਂ ਕੁੱਤੇ ਨਹੀਂ ਗਲੀਆਂ ਦੇ ਵਿੱਚ ਹਲਕੇ ਮੰਨ ਲੈਂਦੇ ਕਿ ਦੂਜਾ ਕੁੱਤਾ ਬਾਹਰ ਦਾ ਆ ਜਾਏ ਤੇ ਉਹ ਭੌਂਕਣ ਲੱਗ ਪੈਂਦਾ। ਇਸ ਤਰੀਕਾ ਸ਼ਹਿਰ ਨਾਲ ਤਰਾਸਦੀ ਹੋਈ ਹੈ ਯਾਰ। ਇੱਕ ਹਾਦਸਾ ਵਾਪਰਿਆ, ਇੱਥੇ ਹਰ ਬੰਦੇ ਨੂੰ ਆ ਕੇ ਸੁੱਧ ਲੈਣੀ ਚਾਹੀਦੀ, ਭਾਵੇਂ ਉਹ ਕਿਸੇ ਹਲਕੇ ਦਾ ਵੀ ਐਮਐਲਏ ਹੋਵੇ। ਮਤਲਬ ਇਹੋ ਜਿਹਾ ਤਾਲਮੇਲ ਵੀ ਪਾਰਟੀਆਂ ਨੂੰ ਬਣਾਉਣਾ ਚਾਹੀਦਾ, ਔਰ ਇਹਦੇ ਉੱਤੇ ਜਿਹੜਾ ਮਤਲਬ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਕਿ ਇੱਥੋਂ ਮੈਨੂੰ ਵੋਟਾਂ ਪਈਆਂ ਦੂਜਾ ਕੋ ਕਰਨ ਆ ਗਿਆ। ਇਹ ਜਿਹੜੇ ਪਾਰਟੀ ਵਾਲੇ ਲੋਕ ਨੇ ਉਹਨਾਂ ਨੂੰ ਇਹ ਬੜਾ ਬਰਦਾਸ਼ਤ ਕਰਨਾ ਪੈਂਦਾ। ਮੈਂ ਇਸੇ ਕਰਕੇ ਹੀ ਅੱਜ ਤੱਕ ਕਿਸੇ ਪਾਰਟੀ ਦਾ ਹਿੱਸਾ ਨਹੀਂ ਬਣਿਆ। ਮੈਨੂੰ ਵੀ ਕਹਿੰਦੇ ਸੀ ਇਲੈਕਸ਼ਨ ਲੜ ਲਓ, ਤੁਹਾਡੇ ਸਾਹਮਣੇ ਸੀਗਾ, ਨਹੀਂ ਲੜਦਾ। ਮੈਂ ਗੁਲਾਮੀ ਕਿਸੇ ਦੀ ਨਹੀਂ ਕਰ ਸਕਦਾ, ਮੇਰੀ ਮਰਜ਼ੀ ਹੈ, ਮੈਂ ਜਿੱਥੇ ਮਰਜ਼ੀ ਜਾਵਾਂ। ਅੱਜ ਮੈਂ ਇਸ ਪਾਰਟੀ ਦਾ ਹਿੱਸਾ ਹੁੰਦਾ ਤੇ ਮੇਰਾ ਖਿਆਲ ਆ ਵੀ ਜਿਹੜੇ ਇਲਾਕੇ ਦੇ ਐਮਐਲਏ ਐਮਪੀ ਇਹਨਾਂ ਦੇ ਨੂੰ ਮੇਰੀ ਸ਼ਿਕਾਇਤ ਕਰਦੇ ਜੀ ਸਾਡੇ ਹਲਕੇ 'ਚ ਆ ਰਿਹਾ। ਮੇਰੀ ਮਰਜ਼ੀ, ਮੈਂ ਯਾਦ ਦੇਸ਼ ਦਾ ਯਾਦ ਬਸ਼ਿੰਦਾ, ਜਿੱਥੇ ਮਰਜ਼ੀ ਜਾਵਾਂ ਹਿੰਦੁਸਤਾਨ ਦੇ ਵਿੱਚ। ਮਤਲਬ ਮੈਂ ਇਹੋ ਜਿਹੀ ਆਜ਼ਾਦੀ ਆਪਣੀ ਗਵਾਉਣੀ ਨਹੀਂ ਚਾਹੁੰਦਾ। ਮੈਂ ਇਹਨਾਂ ਪੋਲੀਟੀਸ਼ੀਅਨ ਨੂੰ ਵੀ ਕਹਿਣਾ ਕਿ ਚਾਹੇ ਮੇਅਰ ਹੋਵੇ, ਚਾਹੇ ਐਮਐਲਏ ਹੋਵੇ, ਚਾਹੇ ਐਮਪੀ ਹੋਵੇ, ਸ਼ਹਿਰ 'ਚ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਕੋਈ ਵੀ ਕੋਈ ਵਾਰਦਾਤ, ਕੋਈ ਘਟਨਾ ਵਾਪਰਦੀ ਆ ਤੇ ਉੱਥੇ ਪਹੁੰਚਣਾ ਤੁਹਾਡਾ ਫਰਜ਼ ਹੈ। ਇਹ ਨਾ ਦੇਖੋ ਕਿ ਉੱਥੋਂ ਵੋਟਾਂ ਉਹਨੂੰ ਪਈਆਂ ਨੇ, ਉਹਨੂੰ ਪਈਆਂ ਨੇ। ਸੋ ਇਹ ਸਿਸਟਮ ਤੋੜਨਾ ਪਊਗਾ। ਤੇ ਆਖਰੀ ਸਵਾਲ ਤੁਹਾਡੇ ਨਾਲ, ਜਿਸ ਤਰ੍ਹਾਂ ਕਿ ਤੁਸੀਂ ਇੱਕ ਪੀੜਤ ਲੋਕਾਂ ਦੀ ਆਵਾਜ਼ ਬਣ ਕੇ ਆਏ ਹੋ, ਤੁਹਾਡੇ ਵੱਲੋਂ ਲੜਾਈ ਕੀ ਲੜੀ ਜਾਏਗੀ ਤੇ ਕਿੱਥੇ ਤੱਕ ਜਾਰੀ ਰਹੇਗੀ? ਦੇਖੋ, ਮੈਂ ਨਹੀਂ ਕਹਿੰਦਾ ਮੈਂ ਕਿਸੇ ਨੂੰ ਠੋਕ, ਮੇਰਾ ਮਸਲਾ ਇਹ ਹੈ ਕਿ ਇਹਨਾਂ ਲੋਕਾਂ ਦੇ ਇਹ ਦੁਬਾਰਾ ਘਰ ਬਣਨੇ ਚਾਹੀਦੇ ਨੇ, ਆਪਣੇ ਘਰ 'ਚ ਜਾਣੇ ਚਾਹੀਦੇ ਨੇ। ਜਿਨ੍ਹਾਂ ਲੋਕਾਂ ਦਾ ਜਿੰਨਾ ਨੁਕਸਾਨ ਹੋਇਆ ਉਹਦੀ ਭਰਪਾਈ ਹੋਣੀ ਚਾਹੀਦੀ ਹੈ। ਔਰ ਮੈਂ ਇਮਾਨਦਾਰੀ ਨਾਲ ਤੁਹਾਨੂੰ ਦੱਸਣ ਲੱਗਾ, ਮੈਂ ਤੇ ਆ ਵਿੱਕੀ ਦਾ ਮੈਨੂੰ ਪਰਸੋਂ ਫੋਨ ਆਇਆ ਸੀ, ਇਹਨੂੰ ਪਤਾ ਸੀਗਾ ਮੈਂ ਬਾਹਰ ਆ। ਮੈਂ ਬਿਲਕੁਲ ਇਮਾਨਦਾਰੀ ਨਾਲ ਦੱਸਣ ਲੱਗਾ ਕਿ ਮੈਂ ਉੱਥੇ ਜਾ ਕੇ ਦੇਖਦਾ। ਔਰ ਮੈਂ ਐਮਟੀਪੀ ਨੂੰ ਕਹਿ ਕੇ ਆਇਆ ਸੀਗਾ, ਮੈਂ ਮੇਅਰ ਸਾਹਿਬ ਨੂੰ ਵੀ ਕਹਿ ਕੇ ਆਇਆ ਸੀਗਾ ਕਿ ਜੇ ਉੱਥੇ ਕੋਈ 25, 30, 50 ਲੱਖ ਨਾਲ ਭਰਪਾਈ ਹੁੰਦੀ ਹੋਈ ਤੇ ਮੈਂ ਆਪਣੀ ਟੀਮ ਵੱਲੋਂ ਆਪਣੇ ਕੋਲੋਂ ਜਿਸ ਤਰ੍ਹਾਂ ਮਰਜ਼ੀ ਉਹਨਾਂ ਲੋਕਾਂ ਨੂੰ ਘਰ 'ਚ ਮਤਲਬ ਅਸੀਂ ਉਹਨਾਂ ਨੂੰ ਵਾੜਾਂਗੇ, ਦੁਬਾਰਾ ਦਿੱਤਾ ਜਾਊਗਾ। ਪਰ ਜਦੋਂ ਮੈਂ ਦੇਖਿਆ ਕਿ ਉੱਥੇ ਬਹੁਤ ਸਾਰੇ ਮਕਾਨ ਬਣਨ ਵਾਲੇ ਨੇ, ਉਹ ਮੇਰੇ ਇਕੱਲੇ ਦੇ ਐਫਰਟ ਕੀਤਿਆਂ ਵੀ ਨਹੀਂ ਹੋਣਾ, ਇਹ ਨਹੀਂ ਕੁਝ ਕਰਨਗੇ। ਹਾਂ ਠੀਕ ਆ, ਮੈਂ ਇੱਕ ਅੱਧਾ ਘਰ ਜਿਹੜੀ ਮੇਰੀ ਜ਼ਿੰਮੇਵਾਰੀ ਬਣਦੀ, ਹੋ ਸਕਦਾ ਮੈਨੂੰ ਦੇਖ ਕੇ ਹੋਰ ਵੀ ਸ਼ਹਿਰ ਦੇ ਲੋਕ ਇਹੋ ਜਿਹਾ ਉਪਰਾਲਾ ਕਰਨ। ਮੇਰੀ ਇੱਕ ਸ਼ਹਿਰ ਵਾਸੀਆਂ ਨੂੰ ਮੈਂ ਅੱਗੇ ਵੀ ਅਪੀਲ ਕਰਦਾ ਕਿ ਹਰ ਥਾਂ ਦੇ ਉੱਤੇ ਮਨਦੀਪ ਸਿੰਘ ਮੰਨਾ ਹੈਲਪ ਨਹੀਂ ਕਰ ਸਕਦਾ। ਹਰ ਬੰਦੇ ਦੀਆਂ ਖੁਆਇਸ਼ਾਂ, ਹਰ ਬੰਦੇ ਦੀ ਲੋੜ ਮੈਂ ਪੂਰੀ ਨਹੀਂ ਕਰ ਸਕਦਾ। ਮੈਂ ਲੋਕਾਂ ਨੂੰ ਇੱਕ ਅਪੀਲ ਜ਼ਰੂਰ ਕਰਦਾ ਹੁੰਦਾ ਕਿ ਸ਼ਹਿਰ ਦੇ ਵਿੱਚ ਕਈ ਬਹੁਤ ਸੰਪੰਨ ਪਰਿਵਾਰ ਨੇ, ਉਹ ਚੁੰਡੀ ਜੀ ਭਰ ਕੇ ਕਿਸੇ ਨੂੰ ਦੇ ਵੀ ਦੇਣ ਇੱਕ ਤੁਬਕਾ ਕਿਸੇ ਦਾ, ਤੇ ਅਗਲੇ ਦਾ ਮਤਲਬ ਸਾਰਾ ਕੁਝ ਸਰ ਸਕਦਾ ਤੇ ਉਹਨਾਂ ਦਾ ਜਾ ਵੀ ਕੁਝ ਨਹੀਂ ਸਕਦਾ। ਨਹੀਂ ਹੋਊਗਾ ਤੇ ਮੈਂ ਪ੍ਰਾਈਵੇਟ ਤੌਰ ਦੇ ਉੱਤੇ ਇਹ ਐਫਰਟ ਜ਼ਰੂਰ ਕਰਨ ਦੀ ਕੋਸ਼ਿਸ਼ ਕਰੂੰਗਾ। ਇਹਨਾਂ ਨੂੰ ਪਾਰਕਾਂ 'ਚ ਨਹੀਂ ਰਹਿਣ ਦਿੱਤਾ ਜਾਊਗਾ। ਤੁਹਾਡੇ ਵੱਲੋਂ ਲੜਾਈ ਲੜੀ ਜਾ ਰਹੀ ਹੈ, ਪਰ ਜੋ ਪਾਰਟੀ ਇਸ ਰੂਲਿੰਗ ਪਾਰਟੀ ਹੈ ਉਹਦੇ ਵੱਲੋਂ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਆਇਆ ਕਿ ਇਹਨਾਂ ਨੂੰ ਜੋ ਸੜਕਾਂ 'ਤੇ ਰਹਿ ਰਹੇ ਆ ਉਹਨਾਂ ਨੂੰ ਆਸ਼ੀਆਨਾ ਦਿਵਾਇਆ ਜਾਏਗਾ। ਉਹ ਸਿਰਫ ਇੱਕ ਕਾਨੂੰਨੀ ਲੜਾਈ ਦੀ ਜਾਂ ਬਿਆਨਬਾਜ਼ੀ ਦੀ ਗੱਲ ਕਰਦੇ ਨੇ। ਮੈਂ ਕੱਲ੍ਹ ਵੀ ਦੇਖਿਆ ਸੀਗਾ ਜੀ, ਇੱਥੇ ਐਮਐਲਏ ਸਾਹਿਬ ਆਏ ਸੀਗੇ ਕੁੰਵਰ ਵਿਜੇ ਪ੍ਰਤਾਪ,
ਉਹਨਾਂ ਨੇ ਵੀ ਇਹ ਗੱਲ ਕਹੀ ਜੀ ਮੈਂ ਇਸ ਕੋ ਲੜਾਈ ਕੋ ਆਗੇ ਤੱਕ ਲੈ ਕੇ ਜਾਏਂਗੇ, ਲੜਾਂਗੇ ਪੂਰਾ। ਉਹ ਮੇਰਾ ਟੀਚਾ ਨਹੀਂ ਹੈਗਾ ਕਿ ਮੈਂ ਲੜਾਈ ਲੜਾਂਗਾ, ਨਾ ਮੈਂ ਇੰਨੇ ਐਫਰਟ ਕਰ ਸਕਦਾ ਕਿ ਇਹਨਾਂ ਨੂੰ ਲੈ ਕੇ ਕੋਰਟ ਚਲ ਜਾ, ਨਾ ਮੇਰੀ ਕੋਈ ਮਨਸ਼ਾ ਹੈ ਕਿ ਇਹਨਾਂ ਨੂੰ ਮੈਂ ਪੰਪ ਲਾਵਾਂ ਆਪਣਾ ਉੱਲੂ ਸਿੱਧਾ ਕਰਨ ਨੂੰ, ਆਪਾਂ ਸਰਕਾਰ ਨੂੰ ਭੰਡਣਾ ਹੈ ਜੀ, ਆਹ ਗੱਲਾਂ ਕਰੀਏ। ਸੋ ਮੇਰਾ ਮਸਲਾ ਇਹ ਹੈ ਕਿ ਇਹਨਾਂ ਲੋਕਾਂ ਦੀ ਮਦਦ ਹੋਣੀ ਚਾਹੀਦੀ ਹੈ, ਇਹਨਾਂ ਲੋਕਾਂ ਨੂੰ ਇਹਨਾਂ ਦਾ ਘਰ ਦੁਆਰਾ ਮਿਲਣਾ ਚਾਹੀਦਾ, ਇਹਨਾਂ ਲੋਕਾਂ ਦੇ ਨੁਕਸਾਨ ਦੀ ਭਰਪਾਈ ਹੋਣੀ ਚਾਹੀਦੀ ਹੈ। ਸਰਕਾਰ ਉਹਨਾਂ ਦੀ ਹੈ। ਮੈਂ ਕੱਲ ਦੇਖ ਰਿਹਾ ਸੀਗਾ ਕਿ ਉਹ ਦੋਸ਼ ਲਾ ਰਹੇ ਸੀ ਇਹ ਅਜੇ ਤੰਤਰ ਸੁਧਰਿਆ ਨਹੀਂ, ਅਜੇ ਵੀ ਕਰਪਸ਼ਨ ਜਾਂ ਮਤਲਬ ਇਹ ਲੋਕ ਮਿਲੇ ਹੋਏ ਨੇ, ਤੇ ਫਿਰ ਤੁਸੀਂ ਸਰਕਾਰ ਦਾ ਹਿੱਸਾ ਹੋ ਨਾ। ਤੁਸੀਂ ਪਹਿਲਾਂ ਬਾਦਲਾਂ ਨੂੰ, ਕੈਪਟਨ ਨੂੰ ਮਤਲਬ ਬਹੁਤ ਬੋਲਦੇ ਸੀਗੇ, ਤੇ ਹੁਣ ਖੁੱਲ੍ਹ ਕੇ ਸਾਹਮਣੇ ਆਓ। ਜੇ ਸਰਕਾਰ ਤੁਹਾਡੇ ਅਕੋਰਡਿੰਗ ਤੁਹਾਨੂੰ ਲੱਗਦਾ ਇਮਾਨਦਾਰੀ ਨਾਲ ਨਹੀਂ ਚੱਲ ਰਹੀ, ਫਿਰ ਐਡੀ ਕੀ ਮਜਬੂਰੀ ਹੈ ਤੁਹਾਡੀ ਵੀ? ਤੁਹਾਨੂੰ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ, ਉਹਨਾਂ ਅਫਸਰਾਂ ਦੇ ਨਾਂ ਲੈਣੇ ਚਾਹੀਦੇ ਨੇ, ਸਰਕਾਰ ਨੂੰ ਲਿਖੋ ਉਹਨਾਂ ਦੇ ਖਿਲਾਫ ਵੀ ਇਹਨਾਂ ਨੂੰ ਬਦਲਿਆ ਜਾਵੇ, ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਫਿਰ ਕੀ ਮਜਬੂਰੀ ਹੈ? ਮਜਬੂਰੀ ਛੱਡਣੀ ਪਊਗੀ। ਪਰ ਇਹਨਾਂ ਦੇ ਸਾਹਮਣੇ ਹੀ ਇਹਨਾਂ ਦੇ ਹੀ ਕੌਂਸਲਰ ਦਾ ਕੱਲ ਵੀ ਵਿਰੋਧ ਹੈ ਤੇ ਅੱਜ ਵੀ ਵਿਰੋਧ ਕੀਤਾ ਜਾ ਰਿਹਾ ਹੈ। ਦੇਖੋ, ਮੈਂ ਕੌਂਸਲਰਾਂ ਦੇ ਉੱਤੇ ਕੋਈ ਬਹੁਤਾ ਵਿਸ਼ਵਾਸ ਨਹੀਂ ਕਰਦਾ। ਜਦੋਂ ਮੇਅਰ ਸਾਹਿਬ ਸ਼ਾਮਲ ਕਰ ਰਹੇ ਸੀਗੇ ਕੌਂਸਲਰਾਂ ਨੂੰ, ਮੈਂ ਉਦੋਂ ਵੀ ਕਿਹਾ ਸੀਗਾ ਕਿ ਹਾਂ ਠੀਕ ਹੈ, ਤੁਸੀਂ ਕਾਰਪੋਰੇਸ਼ਨ ਬਚਾਉਣੀ ਆਪਣੀ, ਇਹ ਮੇਨ ਬੰਦੇ ਤੇ ਕੌਂਸਲਰ ਥੋੜੀ ਨਹੀਂ ਆ ਰਹੇ, ਇਹ ਦੁਕਾਨਾਂ ਨੇ ਜਿਹੜੀਆਂ ਕਾਰਪੋਰੇਸ਼ਨ ਦੇ ਸਿਰ ਤੋਂ ਚੱਲਦੀਆਂ ਰਹੀਆਂ ਨਾ, ਤੇ ਆਪਣੇ ਕਾਊਂਟਰ ਲਾਏ ਨੇ ਅੰਦਰ। ਉਹਨਾਂ ਨੂੰ ਲੱਗਾ ਕਿ ਸਾਲ ਇੱਕ ਸਾਨੂੰ ਦੁਬਾਰਾ ਪਤਾ ਨਹੀਂ ਕੌਂਸਲਰ ਬਣਨਾ ਕਿ ਨਹੀਂ ਬਣਨਾ, ਦੁਬਾਰਾ ਸਾਨੂੰ ਮੌਕਾ ਮਿਲਣਾ ਕਿ ਨਹੀਂ ਮਿਲਣਾ, ਤੇ 1 ਸਾਲ ਦੁਕਾਨਦਾਰੀ ਹੋਰ ਚਲਾ ਲਈਏ। ਮੈਂ ਤੇ ਅੱਗੇ ਕਿਹਾ ਕਿ ਜੇ ਇਹੋ ਲੋਕ ਤੁਸੀਂ ਸ਼ਾਮਲ ਕਰਨੇ ਨੇ, ਇਹਨਾਂ ਲੋਕਾਂ ਨੂੰ ਆਪਣਾ ਪਾਰਟ ਬਣਾਉਣਾ, ਤੇ 82-83 ਕੌਂਸਲਰ ਨੇ, 82-83 ਅੰਦਰ ਕਾਊਂਟਰ ਹੀ ਲਾ ਦਿਓ, ਇਹਨਾਂ ਦੇ ਕੈਸ਼ ਕਾਊਂਟਰ ਬਣਾ ਦਿਓ ਵੀ ਇਹਨਾਂ ਨੂੰ ਕੋਈ ਮਿਲੇਗਾ, ਇਹਨਾਂ ਦੀ ਵਾਰਡ ਦੇ ਵਿੱਚੋਂ ਪੈਸੇ ਦੇਗਾ। ਇਹਨਾਂ ਦਾ ਟੀਚਾ ਪੈਸਾ ਬਣਾਉਣਾ। ਤੁਸੀਂ ਦੇਖਦੇ ਹੀ ਹੋ, ਇਹੀ ਲੋਕ ਬਿਲਡਿੰਗਾਂ ਦੀਆਂ ਸ਼ਿਕਾਇਤਾਂ ਕਰਦੇ ਨੇ, ਇਹੀ ਲੋਕ। ਸੋ ਇਹ ਬੜਾ ਵੱਡਾ ਲੋਕਾਂ ਨੇ ਤਰਾਸਦੀ ਹੈ ਕਿ ਅਸੀਂ ਬਦਲਾਵ ਚਾਹੁੰਦੇ ਸੀ। ਜੇ ਤੁਸੀਂ ਇਹਨਾਂ ਲੋਕਾਂ ਨੂੰ ਨਾਲ ਲੈ ਕੇ ਆਉਣਾ ਤੇ ਫਿਰ ਕੋਈ ਬਦਲਾਵ ਨਾ ਹੋਇਆ, ਫਿਰ ਤੇ ਲੋਕ ਉਸ ਪਾਰਟੀ 'ਚ ਰਹਿੰਦੇ ਤੇ ਉਹ ਚੰਗੇ ਸੀਗੇ। ਸਿਰਫ ਹੁਣ ਲੜਾਈ ਇਹ ਲੋਕਾਂ ਦੇ ਹੱਕ ਦੀ ਹੈ ਤੇ ਇਹਨਾਂ ਦੇ ਇਨਸਾਫ ਦੀ ਹੈ ਕਿ ਇੱਥੇ ਸਭ ਤੋਂ ਪਹਿਲਾਂ ਬਿਲਡਿੰਗ ਡਿੱਗਦੀ ਹੈ ਹੋਟਲ ਦੀ, ਹੋਟਲ ਵੱਲੋਂ ਕਾਨੂੰਨੀ ਲੜਾਈ ਵੀ ਲੜੀ ਜਾ ਰਹੀ ਹੈ, ਪਰ ਫਿਰ ਵੀ ਹੋਟਲ ਨੂੰ ਹੀ ਕਾਨੂੰਨੀ ਤੌਰ ਤੇ ਫਸਾਇਆ ਜਾ ਰਿਹਾ ਹੈ ਇੱਥੇ ਬਿਲਡਰ ਵੱਲੋਂ। ਦੇਖੋ, ਜਿੱਥੇ ਵੀ ਕਿਤੇ ਵੱਡਾ ਬਿਲਡਰ ਹੁੰਦਾ ਨਾ, ਉਹਨੂੰ ਲੱਗਦਾ ਹੈ ਕਿ ਹਾਂ ਨਾਲ ਜਿਹੜੀਆਂ ਛੋਟੀਆਂ ਮੱਛੀਆਂ, ਛੋਟੀ ਜ਼ਮੀਨ ਹੈ, ਉਹ ਲੋਕ ਤੰਗ ਪਰੇਸ਼ਾਨ ਹੋ ਕੇ ਮੈਨੂੰ ਜ਼ਮੀਨ ਦੇ ਜਾਣ। ਇਹਦੇ ਉੱਤੇ ਵੀ ਬੜੀ ਵੱਡੀ ਜਿਹੜੀ ਉਹ ਜਾਂਚ ਹੋਣੀ ਚਾਹੀਦੀ ਹੈ। ਮੈਨੂੰ ਤੇ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਇੱਥੇ ਕੰਮ ਚੱਲਦਾ ਸੀਗਾ ਔਰ ਪਲੈਨਡ ਤਰੀਕੇ ਦੇ ਨਾਲ ਮਤਲਬ ਇਹ ਦੀਵਾਰ ਸੁੱਟਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਕਿਸੇ ਵੀ ਲੇਬਰ ਦਾ ਜਾਨੀ ਨੁਕਸਾਨ ਨਹੀਂ ਹੋਇਆ। ਉਹਨਾਂ ਨੂੰ ਪਹਿਲਾਂ ਕਿੱਦਾਂ ਪਤਾ ਸੀਗਾ ਕਿ ਇੱਥੋਂ ਨਿਕਲ ਜਾਣਾ? ਮੈਂ ਵੀ ਕਹੂੰਗਾ ਕਿ ਇਸ ਹੋਟਲ ਦਾ, ਸ਼ਹਿਰ ਦਾ ਨਾਮੀ ਹੋਟਲ ਹੈ, ਮਤਲਬ ਪੁਰਾਣੇ ਹੋਟਲਾਂ ਦੇ ਵਿੱਚੋਂ ਹੈ, ਤੇ ਜੇ ਤੁਸੀਂ ਇਹਨੂੰ ਵੀ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹਦਾ ਵੀ ਕੋਈ ਨੁਕਸਾਨ ਕੀਤਾ ਹੈ, ਤੇ ਬਹੁਤ ਮੰਦਭਾਗੀ ਗੱਲ ਹੈ। ਜਿੰਨਾ ਚਿਰ ਹਰ ਬੰਦੇ ਦੀ ਭਰਪਾਈ ਨਹੀਂ ਹੋਊਗੀ, ਉਹਨਾਂ ਚਿਰ ਉਹਨੂੰ ਸਾਹ ਨਹੀਂ ਆਉਣ ਦਿੱਤਾ ਜਾਊਗਾ। ਇੱਕ ਸਿਰਫ ਤੁਹਾਡੇ ਕੋਲ ਆਖਰੀ ਸਵਾਲ ਕਿ ਇਹਨਾਂ ਦੀ ਲੜਾਈ ਅਗਰ ਜੇ ਬਿਲਡਰ ਵੱਲੋਂ ਨਹੀਂ ਬਣਾ ਕੇ ਦਿੱਤੇ ਜਾਂਦੇ ਮਕਾਨ, ਤੇ ਉਦੋਂ ਕੀ ਹੱਲ ਹੋਏਗਾ ਤੁਹਾਡੇ ਵੱਲੋਂ? ਤੇ ਮੈਂ ਤੁਹਾਨੂੰ ਇਹ ਗੱਲ ਕਹੂੰਗਾ ਕਿ ਬਿਲਡਰ ਪਹਿਲੀ ਗੱਲ ਤੇ ਉਹ ਮਕਾਨ ਇਹਨਾਂ ਦੇ ਬਣਾ ਕੇ ਦਊਗਾ, ਨਹੀਂ ਤੇ ਇਹ ਉਹਦੀ ਬੜੀ ਪ੍ਰਾਈਮ ਲੋਕੇਸ਼ਨ ਤੇ ਕੀਮਤੀ ਜਗ੍ਹਾ, ਇੱਥੇ ਕੁਝ ਨਹੀਂ ਬਣਨ ਦਿੱਤਾ ਜਾਊਗਾ ਜਿੰਨਾ ਚਿਰ ਉਹ ਲੋਕ ਸੈਟੀਸਫਾਈ ਨਹੀਂ ਹੋਣਗੇ। ਜੇ ਬਿਲਕੁਲ ਹੀ ਮਤਲਬ ਉਹ ਬੰਦਾ ਹਰਾਮਜ਼ਦਗੀ ਕਰੂਗਾ, ਵੀ ਬਿਲਕੁਲ ਮੂੰਹ ਹੀ ਮੋੜ ਲੂਗਾ, ਉਹਦੇ ਅੰਦਰ ਕੋਈ ਫੀਲਿੰਗਸ, ਇਮੋਸ਼ਨ ਨਹੀਂ ਹੋਣਗੇ ਇਹਨਾਂ ਲੋਕਾਂ ਦੇ ਪ੍ਰਤੀ, ਤੇ ਫਿਰ ਜੋ ਸਾਡੇ ਕੋਲੋਂ ਸਰਦਾ ਪੁੱਜਦਾ ਹੋਇਆ ਉਹਨਾਂ ਲੋਕਾਂ ਦੀ ਰਿਪੇਅਰ ਵੀ ਕਰਾਈ ਜਾਊਗੀ, ਤੇ ਉਹਨਾਂ ਨੂੰ ਦੁਬਾਰਾ ਸੇਫਟੀ ਦੇ ਅਨੁਸਾਰ ਉਹਨਾਂ ਦੇ ਘਰ 'ਚ ਵੀ ਬਿਠਾਇਆ ਜਾਊਗਾ। ਤੇ ਇਹ ਸਨ ਮਨਦੀਪ ਸਿੰਘ ਮੰਨਾ, ਜਿਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਮਕਾਨ ਬਣਾ ਕੇ ਦਿੱਤੇ ਜਾਣਗੇ। ਸਭ ਤੋਂ ਪਹਿਲਾਂ ਬਿਲਡਰ ਨੂੰ ਇਸ ਚੀਜ਼ ਦੀ ਗੁਜ਼ਾਰਿਸ਼ ਕੀਤੀ ਜਾਏਗੀ, ਉਹਨੂੰ ਉਸ ਚੀਜ਼ ਦਾ ਕਿਹਾ ਜਾਏਗਾ ਕਿ ਜਿਨ੍ਹਾਂ ਦੇ ਮਕਾਨ ਟੁੱਟੇ ਹਨ, ਜਿਨ੍ਹਾਂ ਦਾ ਨੁਕਸਾਨ ਹੋਇਆ, ਉਹ ਕਰਕੇ ਦਿੱਤਾ ਜਾਵੇ। ਤੇ ਦੂਸਰੀ ਚੀਜ਼, ਅਗਰ ਜੋ ਨਹੀਂ ਵਾਧੇ ਤੇ ਇਹਨਾਂ ਵੱਲੋਂ ਇਸ ਚੀਜ਼ ਦੀ ਹੈਲਪ ਲੈ ਕੇ ਟੀਚਾ ਚੁੱਕਿਆ ਜਾਏਗਾ। ਪਰ ਇਹਨਾਂ ਦਾ ਇੱਕ ਹੋਰ ਬਿਆਨ ਹੈ ਕਿ ਜਿਸ ਤਰ੍ਹਾਂ ਉਹ ਬਿਲਡਿੰਗ ਦੇ ਕਰਕੇ ਕਈ ਘਰ ਤਬਾਹ ਹੋਏ ਹਨ ਤੇ ਬਿਲਡਿੰਗ ਨਹੀਂ ਬਣੇਗੀ ਜਦ ਤੱਕ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ। ਇਹ ਖੰਡਰ ਦਾ ਖੰਡਰ ਇਸੇ ਤਰ੍ਹਾਂ ਰਹੇਗਾ। ਬੜੇ ਰਹੋ ਲਾਈਵ ਭਾਰਤ ਦੇ ਨਾਲ। ਇਸ ਦੇ ਨਾਲ ਜੁੜੀ ਹੋਰ ਖਬਰਾਂ ਤੁਹਾਨੂੰ ਦਿਖਾਵਾਂਗੇ। ਕੈਮਰਾਮੈਨ ਸੁਖਿੰਦਰ ਕੋਹਲੀ ਦੇ ਨਾਲ ਕੈਲਾਸ਼ ਪ੍ਰਜਾਪਤੀ ਦੀ ਰਿਪੋਰਟ।